हाँ जी, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੈਰੀਅਰ ਐਂਡ ਇਨਫੋ ਦੇ ਵਿੱਚ। ਤੇ ਅੱਜ ਦੀ ਇਸ ਵੀਡੀਓ 'ਚ ਆਪਾਂ ਪੋਲਿਟੀ ਭਾਸ਼ਾ ਸੰਵਿਧਾਨ ਦੇ ਸੰਬੰਧ ਵਿੱਚ ਕੁਝ ਬਹੁਤ ਹੀ ਪ੍ਰੀਵੀਅਸ ਈਅਰ ਕੁਐਸਚਨ ਕਰਾਂਗੇ, ਜੋ ਕਿ ਕਈ ਵਾਰੀ ਐਗਜ਼ਾਮ ਵਿੱਚ ਰਿਪੀਟ ਹੋਏ ਹਨ। ਠੀਕ ਹੈ, ਸੋ ਵੀਡੀਓ ਤੁਸੀਂ ਅੰਤ ਤੱਕ ਜ਼ਰੂਰ ਬਣੇ ਰਹਿਣਾ ਹੈ। ਤੇ ਜੋ ਵੀ ਸਟੂਡੈਂਟ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ, ਸੋ ਮੇਕ ਸ਼ੋਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਇੱਦਾਂ ਦੀ ਇੰਪੋਰਟੈਂਟ ਵੀਡੀਓ ਤੇ ਹੈਲਪਫੁਲ ਵੀਡੀਓ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਆਪਾਂ ਆਉਂਦੇ ਰਹਿੰਦੇ ਹਾਂ। ਸੋ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਪਹਿਲਾ ਕੁਐਸਚਨ ਹੈ ਜੀ, ਕਿਸ ਭਾਗ ਨੂੰ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ। ਸੋ ਬਾਕੀ ਜਿਨ੍ਹਾਂ ਨੂੰ ਵੀ ਇਹਨਾਂ ਦੇ ਰਾਈਟ ਆਨਸਰ ਪਤਾ ਹੋਣਗੇ ਨਾਲ ਨਾਲ ਵੀ ਦੱਸਿਓ, ਤੇ ਐਂਡ ਵਿੱਚ ਜ਼ਰੂਰ ਦੱਸਿਓ ਕਿ ਕਿਸ ਦੇ ਕਿੰਨੇ ਆਨਸਰ ਜੋ ਹੈ ਸਹੀ ਹੋਏ। ਠੀਕ ਹੈ ਜੀ, ਤਾਂ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਪ੍ਰਸਤਾਵਨਾ ਨੂੰ। ਹਾਂਜੀ, ਬਿਲਕੁਲ ਰਾਈਟ ਆਨਸਰ ਪ੍ਰਸਤਾਵਨਾ ਨੂੰ ਜੋ ਹੈ ਬੀ ਆਪਸ਼ਨ ਇਸ ਦਾ ਰਾਈਟ ਆਨਸਰ ਹੋ ਜਾਏਗਾ। ਕਈ ਵਾਰੀ ਐਗਜ਼ਾਮ 'ਚ ਰਿਪੀਟ ਹੋਇਆ ਕੁਐਸਚਨ ਕਿ ਕਿਸ ਭਾਗ ਨੂੰ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ, ਤਾਂ ਪ੍ਰਸਤਾਵਨਾ ਨੂੰ ਜੋ ਹੈ, ਠੀਕ ਹੈ ਜੀ, ਸੰਵਿਧਾਨ ਦੀ ਜੋ ਹੈ ਆਤਮਾ ਕਿਹਾ ਜਾਂਦਾ ਹੈ। ਬੀ ਆਪਸ਼ਨ ਇਸ ਦਾ ਰਾਈਟ ਆਨਸਰ ਬਣ ਜਾਏਗਾ। ਇੱਕ ਤਾਂ ਇਹ ਕੁਐਸਚਨ ਹੈ। ਦੂਸਰਾ ਕੁਐਸਚਨ ਇਹ ਤੋਂ ਵੀ ਬਹੁਤ ਇੰਪੋਰਟੈਂਟ ਹੈ, ਉਹ ਵੀ ਤੁਹਾਨੂੰ ਆਪਾਂ ਸ਼ੇਅਰ ਕਰਦੇ ਹਾਂ। ਠੀਕ ਹੈ ਜੀ, ਇੱਕ ਮੈਂ ਪੋਸਟ ਪਾ ਕੇ ਵੀ ਸ਼ੇਅਰ ਕੀਤੀ, ਪੋਸਟਾਂ ਜ਼ਰੂਰ ਤੁਸੀਂ ਦੇਖਿਆ ਕਰੋ। ਠੀਕ ਹੈ, ਤੇ ਦੱਸਿਆ ਕਰੋ ਕਿਹਨੂੰ ਆਨਸਰ ਜੋ ਹੈ ਪਤਾ ਹੁੰਦਾ ਹੈ। ਠੀਕ ਹੈ, ਪੋਸਟ ਰਾਹੀਂ ਆਨਸਰ ਇਹ ਕੁਐਸਚਨ ਇਹ ਪਾਇਆ ਸੀਗਾ ਕਿ ਕਿਸ ਆਰਟੀਕਲ ਨੂੰ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ। ਬਾਕੀ ਤਕਰੀਬਨ 90% ਜੋ ਵੋਟਸ ਆਈਆਂ ਸੀਗੀਆਂ ਉਹ ਪੋਜ਼ਿਟਿਵ ਆਈਆਂ ਸੀ ਤੇ ਸਹੀ ਆਈਆਂ ਸੀਗੀਆਂ। ਠੀਕ ਹੈ, 90% ਸਟੂਡੈਂਟ ਨੂੰ ਪਤਾ ਸੀਗਾ। ਬਾਕੀ ਜਿਹੜੇ 10% ਸਟੂਡੈਂਟ ਸੀਗੇ ਉਹ ਵੀ ਉਸ 'ਤੇ ਜ਼ਰੂਰ ਗੌਰ ਕਰਨ। ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿ ਕਿਸ ਆਰਟੀਕਲ ਨੂੰ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਜਾਂ, ਠੀਕ ਹੈ ਜੀ, ਤਾਂ ਆਰਟੀਕਲ 32 ਨੂੰ। ਠੀਕ ਹੈ ਜੀ, ਆਰਟੀਕਲ 32 ਨੂੰ, ਠੀਕ ਹੈ, ਭਾਰਤੀ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ। ਤੇ ਕਿਹਨਾਂ ਨੇ ਕਿਹਾ ਸੀ, ਤਾਂ ਆਪਣੇ ਭੀਮ ਰਾਓ ਅੰਬੇਦਕਰ ਜੀ ਨੇ ਇਹਨਾਂ ਨੂੰ, ਇਸ ਨੂੰ ਭਾਗ 32 ਥੋੜੀ ਆਰਟੀਕਲ 32 ਨੂੰ ਜੋ ਹੈ ਸੰਵਿਧਾਨ ਦੀ ਆਤਮਾ ਕਿਹਾ ਸੀਗਾ। ਇਹ ਗੱਲਾਂ ਨੂੰ ਤੁਸੀਂ ਧਿਆਨ 'ਚ ਰੱਖਿਓ, ਇਹਨਾਂ 'ਤੇ ਵੀ ਕੁਐਸਚਨ ਜੋ ਹੈ ਐਗਜ਼ਾਮ ਰਿਵਿਊ ਪੁੱਛੇ ਜਾ ਸਕਦੇ ਆ। ਧਿਆਨ 'ਚ ਰੱਖਿਓ। ਚੱਲਦੇ ਅਗਲੇ ਕੁਐਸਚਨ ਦੇ ਵੱਲ। ਉਸ ਤੋਂ ਬਾਅਦ ਭਾਰਤੀ ਸੰਵਿਧਾਨ ਦੇ ਅਨੁਸਾਰ ਦੇਸ਼ ਦਾ ਪਹਿਲਾ ਨਾਗਰਿਕ ਕੌਣ ਹੁੰਦਾ ਹੈ। ਕਈ ਵਾਰੀ ਐਗਜ਼ਾਮ 'ਚ ਰਿਪੀਟ ਹੋਇਆ ਵੀ ਕੁਐਸਚਨ। ਤਾਂ ਇਸ ਦਾ ਜੀ ਬਿਲਕੁਲ ਜਿਹੜਾ ਆਨਸਰ ਹੈ ਉਹ ਜੀ ਰਾਸ਼ਟਰਪਤੀ। ਹਾਂਜੀ, ਬਿਲਕੁਲ ਜਿਹੜਾ ਆਨਸਰ ਹੈ ਰਾਸ਼ਟਰਪਤੀ ਇਸ ਦਾ ਬਿਲਕੁਲ ਜਿਹੜਾ ਆਨਸਰ ਹੋਵੇਗਾ। ਭਾਰਤੀ ਸੰਵਿਧਾਨ ਦੇ ਅਨੁਸਾਰ ਦੇਸ਼ ਦਾ ਪਹਿਲਾ ਜੋ ਨਾਗਰਿਕ ਹੁੰਦਾ ਹੈ ਉਹ ਕੌਣ ਹੁੰਦਾ ਹੈ, ਤਾਂ ਰਾਸ਼ਟਰਪਤੀ ਹੁੰਦਾ ਹੈ। ਬਾਕੀ ਅੱਗੇ ਜਿਹੜੀਆਂ ਵੀਡੀਓ ਆਉਣਗੀਆਂ ਉਹਨਾਂ ਨੂੰ ਮੈਂ ਤੁਹਾਨੂੰ ਟੈਗ ਵੀ ਦੱਸੂੰਗਾ ਕਿ ਕਿਹੜੇ ਕਿਹੜੇ ਸਨ ਵਿੱਚ ਜਿਹੜਾ ਕੁਐਸਚਨ ਜੋ ਹੈ ਪੁੱਟ ਅਪ ਹੋਇਆ। ਅੱਗੇ ਵੀ ਕਲਾਸਾਂ ਬਹੁਤ ਇੰਪੋਰਟੈਂਟ ਆਉਣ ਵਾਲੀਆਂ, ਮੈਥ ਹੋ ਗਿਆ, ਰੀਜ਼ਨਿੰਗ ਹੋ ਗਈ, ਜਿੰਨੀਆਂ ਵੀ ਕਲਾਸਾਂ ਆਉਣ ਵਾਲੀਆਂ ਤੁਸੀਂ ਜ਼ਰੂਰ ਚੈਨਲ ਨਾਲ ਬਣੇ ਰਹੋ। ਬਹੁਤ ਹੀ ਇੰਪੋਰਟੈਂਟ ਟੌਪਿਕ ਤੁਹਾਡੇ ਵਾਸਤੇ ਆਪਾਂ ਲੈ ਕੇ ਆਵਾਂਗੇ। ਠੀਕ ਹੈ ਜੀ, ਸੋ ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਧਿਆਨ 'ਚ ਰੱਖਿਓ। ਉਸ ਦਾ ਸੰਪत्ति ਦੇ ਅਧਿਕਾਰਾਂ ਨਾਲ ਸੰਬੰਧਿਤ ਸੰਸ਼ੋਧਨ ਕਿਹੜਾ ਹੈ। ਤਾਂ ਸੰਪत्ति ਦੇ ਜਿਹੜਾ ਅਧਿਕਾਰ ਹੈ, ਠੀਕ ਹੈ, ਇਹਨਾਂ ਸੰਬੰਧੀ ਜਿਹੜਾ ਸੰਸ਼ੋਧਨ ਕਿਹੜਾ ਹੈ, ਤਾਂ 44ਵਾਂ। ਠੀਕ ਹੈ, 44ਵਾਂ ਜੋ ਸੰਸ਼ੋਧਨ ਹੈ ਇਹ ਸੰਪत्ति ਦੇ ਜੋ ਅਧਿਕਾਰ ਹਨ ਉਹਨਾਂ ਨਾਲ ਸੰਬੰਧਿਤ ਹੈ। 44ਵਾਂ ਸੰਸ਼ੋਧਨ। ਠੀਕ ਹੈ ਜੀ, ਇਹ ਤੁਸੀਂ ਧਿਆਨ 'ਚ ਰੱਖਿਓ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸ ਦਾ ਭਾਰਤੀ ਸੰਵਿਧਾਨ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਨਾਗਰਿਕਤਾ ਪ੍ਰਦਾਨ ਕਰਦਾ ਹੈ। ਤਾਂ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ ਹੈ। ਇੱਕ ਹੀ ਨਾਗਰਿਕਤਾ ਜੋ ਹੈ ਭਾਰਤ ਦਾ ਸੰਵਿਧਾਨ ਜੋ ਹੈ ਇਹ ਆਪਾਂ ਨੂੰ ਪ੍ਰੋਵਾਈਡ ਕਰਵਾਉਂਦਾ ਹੈ ਕਿ ਆਪਣਾ ਜੋ ਹੈ ਇੱਕ ਹੋ ਕੇ ਰਹਿਣਾ ਤੇ ਕਿਸੇ ਨਾਲ ਭੇਦਭਾਵ ਨਹੀਂ ਕਰਨਾ। ਬਾਕੀ ਤੁਹਾਨੂੰ ਪਤਾ ਹੀ ਹੋਏਗਾ ਜੋ ਤੁਸੀਂ ਸੰਵਿਧਾਨ ਨੂੰ ਪੜ੍ਹਦੇ ਹੋ। ਠੀਕ ਹੈ ਜੀ, ਉਸ ਨਾਲ ਤੁਸੀਂ ਸਮਝਦੇ ਹੋ ਕਿ ਸੰਵਿਧਾਨ ਕੀ ਹੈ। ਠੀਕ ਹੈ ਜੀ, ਠੀਕ ਹੈ, ਜਿੱਦਾਂ ਤੁਸੀਂ ਪਹਿਲਾਂ ਪੜ੍ਹਦੇ ਹੋ ਦੂਸਰਾ ਭਾਗ ਜਿਵੇਂ ਹੋ ਗਏ, ਅਨੁਸੂਚੀਆਂ ਹੋ ਗਈਆਂ। ਠੀਕ ਹੈ ਜੀ, ਸੋ ਬਾਕੀ ਤੁਸੀਂ ਨਾਲ ਨਾਲ ਬਣੇ ਰਹੋ, ਤੁਹਾਨੂੰ ਹੋਰ ਕਲੈਰਿਟੀ ਹੋਏਗੀ ਕੁਐਸਚਨ ਦੇ ਨਾਲ ਨਾਲ। ਠੀਕ ਹੈ ਜੀ, ਉਸ ਤੋਂ ਬਾਅਦ ਹੈ ਜੀ ਮੋਸਟ ਰਿਪੀਟਡ ਕੁਐਸਚਨ ਹੈ ਤੇ ਕਈ ਵਾਰੀ ਇਹ ਕੁਐਸਚਨ ਰਿਪੀਟ ਹੋਇਆ ਹੈ। ਠੀਕ ਹੈ, ਦੱਸੋ ਜਿਹਨਾਂ ਨੂੰ ਪਤਾ ਹੋਏਗਾ ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਕੁੱਲ ਕਿੰਨਾ ਸਮਾਂ ਲੱਗਾ ਸੀ। ਭਾਵ ਜੋ ਸਾਡਾ ਸੰਵਿਧਾਨ ਹੈ ਭਾਰਤ ਦਾ, ਇਸ ਨੂੰ ਬਣਨ ਵਿੱਚ ਕਿੰਨੇ ਸਾਲ, ਕਿੰਨੇ ਮਹੀਨੇ ਤੇ ਕਿੰਨੇ ਦਿਨ ਲੱਗੇ। ਇੱਦਾਂ ਹੀ ਐਜ਼ ਇਟ ਇਜ਼ ਕੁਐਸਚਨ ਜੋ ਹੈ ਪੁੱਟ ਹੁੰਦਾ ਹੈ। ਦੱਸੋ ਜੀ ਜਿਹਨਾਂ ਨੂੰ ਵੀ ਇਸ ਦਾ ਰਾਈਟ ਆਨਸਰ ਪਤਾ ਹੈ। ਤਾਂ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ 2 ਸਾਲ 11 ਮਹੀਨੇ ਤੇ 18 ਦਿਨ ਟੋਟਲ ਜੋ ਹੈ ਸਮਾਂ ਲੱਗਾ ਸੀਗਾ ਭਾਰਤੀ ਸੰਵਿਧਾਨ ਦੇ ਜੋ ਬਣਨ ਨੂੰ। ਠੀਕ ਹੈ ਜੀ, 2 ਸਾਲ 11 ਮਹੀਨੇ ਤੇ 18 ਦਿਨ ਜੋ ਹੈ ਭਾਰਤੀ ਸੰਵਿਧਾਨ ਨੂੰ ਬਣਨ ਦਾ ਸਮਾਂ ਲੱਗਾ ਸੀਗਾ। ਠੀਕ ਹੈ ਜੀ, ਇਹ ਤੁਸੀਂ ਧਿਆਨ 'ਚ ਰੱਖਿਓ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦੇਸ਼ ਦਾ ਕਿਹੜਾ ਨਾਮ ਉਲੇਖਿਤ ਹੈ। ਤਾਂ ਸੰਵਿਧਾਨ ਵਿੱਚ ਪ੍ਰਸਤਾਵਨਾ ਜੋ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਹੈ ਵਿੱਚ, ਠੀਕ ਹੈ, ਤਾਂ ਦੇਸ਼ ਦਾ ਕਿਹੜਾ ਨਾਮ ਉਸ ਵਿੱਚ ਉਲੇਖਿਤ ਹੈ। ਠੀਕ ਹੈ, ਨਾਮ ਕਿਹੜਾ ਹੈ, ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਭਾਰਤ ਤੇ ਇੰਡੀਆ। ਠੀਕ ਹੈ, ਭਾਰਤ ਤੇ ਇੰਡੀਆ ਦਾ ਨਾਮ ਜੋ ਹੈ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਆਉਂਦਾ ਹੈ। ਇਹ ਗੱਲ ਨੂੰ ਧਿਆਨ 'ਚ ਰੱਖਿਓ। ਚੱਲਦੇ ਹਾਂ ਆਪਾਂ ਅਗਲੇ ਕੁਐਸਚਨ ਦੇ ਵੱਲ। ਉਸ ਤੋਂ ਬਾਅਦ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ। ਬੈਠਕਾਂ ਦੇ ਕੁਐਸਚਨ ਬਹੁਤ ਇੰਪੋਰਟੈਂਟ ਹੁੰਦੇ ਆ। ਉਸ ਤੋਂ ਬਾਅਦ ਗੋਲਮੇਜ ਸੰਮੇਲਨ ਹੁੰਦੀਆਂ। ਠੀਕ ਹੈ, ਜਿਹੜੇ ਗੋਲਮੇਜ ਸੰਮੇਲਨ ਵਿੱਚ ਗਾਂਧੀ ਜੀ ਨੇ ਜਿਹੜਾ ਸੀਗਾ ਭਾਗ ਲਿਆ ਸੀਗਾ। ਠੀਕ ਹੈ, ਦੂਸਰੀ 'ਚ ਲਿਆ ਸੀ। ਦੂਸਰੀ ਹੋਈ ਕਦੋਂ ਸੀ, 1931 ਦੇ ਵਿੱਚ ਹੋਈ ਸੀ। ਠੀਕ ਹੈ ਜੀ, ਸੋ ਇਹ ਚੀਜ਼ਾਂ ਨੂੰ ਤੁਸੀਂ ਧਿਆਨ 'ਚ ਰੱਖਿਓ। ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਠੀਕ ਹੈ ਜੀ, ਤੁਹਾਨੂੰ ਅੱਗੇ ਵੀ ਦੱਸ ਰਿਹਾ ਕਿ ਪ੍ਰੀਵੀਅਸ ਈਅਰ ਕੁਐਸਚਨ ਨੇ ਇਹ ਸਾਰੇ। ਕੁਐਸਚਨ ਮੈਂ ਕਿਤੋਂ ਚੱਕ ਨਹੀਂ ਰਿਹਾ, ਸਿਰਫ ਪ੍ਰੀਵੀਅਸ ਈਅਰ ਕੁਐਸਚਨ ਨੇ। ਅਲੱਗ ਅਲੱਗ ਕੁਐਸਚਨ ਪੇਪਰ ਤੋਂ ਰਿਸਰਚ ਕਰਕੇ ਲੈ ਕੇ ਆ ਰਹੇ ਹਾਂ। ਠੀਕ ਹੈ ਜੀ, ਬਿਲਕੁਲ ਜੈਨੂਇਨ ਕੁਐਸਚਨ ਨੇ। ਤੁਸੀਂ
ਕਿਸੇ ਵੀ ਪੇਪਰ ਨੂੰ ਚੱਕ ਕੇ ਦੇਖ ਲਓ, ਤੁਹਾਨੂੰ ਇਹ ਕੁਐਸਚਨ ਦੇਖਣ ਨੂੰ ਜ਼ਰੂਰ ਮਿਲਣਗੇ, ਇਸ ਤਰ੍ਹਾਂ ਦੇ ਕੁਐਸਚਨ ਦੇਖਣ ਨੂੰ ਮਿਲਣਗੇ। ਠੀਕ ਹੈ ਜੀ। ਤਾਂ ਆਪਣੇ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ? ਇਸ ਦੀ ਪੂਰੀ ਡੇਟ ਤੁਹਾਨੂੰ ਪੁੱਛੀ ਜਾ ਸਕਦੀ ਹੈ ਐਗਜ਼ਾਮੀਨਰ ਦੁਆਰਾ। ਪੂਰੀ ਡੇਟ ਤੁਹਾਨੂੰ ਦੱਸ ਰਿਹਾ 9 ਦਸੰਬਰ, ਠੀਕ ਹੈ, 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਪਹਿਲੀ ਜੋ ਬੈਠਕ ਹੋਈ ਸੀ। ਠੀਕ ਹੈ, ਡੀ ਆਪਸ਼ਨ ਇਸ ਦਾ ਰਾਈਟ ਆਂਸਰ ਹੋ ਜਾਏਗਾ। ਧਿਆਨ 'ਚ ਰੱਖਿਓ, ਆਪਦੇ ਨੋਟਸ ਬਣਾ ਕੇ ਚੱਲਿਓ ਤੇ ਨੋਟਸ ਵਿੱਚ ਵੀ ਨੋਟ ਕਰਦੇ ਵੀ ਤੁਸੀਂ ਚੱਲਿਓ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਭਾਰਤ ਦਾ ਮੂਲ ਸਿਧਾਂਤ ਕਿੱਥੋਂ ਪ੍ਰਕਾਸ਼ਿਤ ਹੋਇਆ ਸੀ? ਤਾਂ ਭਾਰਤ ਦਾ ਜੋ ਮੂਲ ਸਿਧਾਂਤ ਹੈ ਇਹ ਦੇਹਰਾਦੂਨ, ਠੀਕ ਹੈ, ਦੇਹਰਾਦੂਨ ਤੋਂ ਪ੍ਰਕਾਸ਼ਿਤ ਹੋਇਆ ਸੀਗਾ। ਦੇਹਰਾਦੂਨ ਕਿੱਥੇ ਪੈਂਦਾ ਹੈ? ਤਾਂ ਇਹ ਪੈਂਦਾ ਜੀ, ਇਹ ਤੁਸੀਂ ਧਿਆਨ ਰੱਖਿਓ, ਉੱਤਰਾਖੰਡ। ਠੀਕ ਹੈ ਜੀ, ਉੱਤਰਾਖੰਡ ਵਿੱਚ ਪੈਂਦਾ ਤੇ ਉੱਤਰਾਖੰਡ ਨੂੰ ਦੇਵਤਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਠੀਕ ਹੈ, ਇਹ ਗੱਲਾਂ ਨੂੰ ਤੁਸੀਂ ਧਿਆਨ 'ਚ ਰੱਖਣਾ ਹੈ। ਚੱਲਦੇ ਹਾਂ ਆਪਾਂ ਅਗਲੇ ਕੁਐਸਚਨ ਦੇ ਵੱਲ। ਉਸ ਤੋਂ ਬਾਅਦ ਭਾਰਤ ਦਾ ਮੂਲ ਸੰਵਿਧਾਨ ਕਿੱਥੇ ਸੁਰੱਖਿਅਤ ਹੈ? ਠੀਕ ਹੈ ਜੀ, ਕਿੱਥੇ ਸੁਰੱਖਿਅਤ ਹੈ ਭਾਰਤ ਦਾ ਮੂਲ ਸੰਵਿਧਾਨ? ਤਾਂ ਇਹ ਜੋ ਸੁਰੱਖਿਅਤ ਰਹਿੰਦਾ ਹੈ ਤਾਂ ਇਹ ਰਹਿੰਦਾ ਜੀ ਸੰਸਦ ਦੇ ਵਿੱਚ। ਠੀਕ ਹੈ, ਸੰਸਦ ਭਵਨ, ਸੰਸਦ ਬਾਰੇ ਸਾਰੇ ਜਾਣਦੇ ਹੋਣਗੇ। ਠੀਕ ਹੈ ਜੀ, ਤਾਂ ਸੰਸਦ ਵਿੱਚ ਕੀ ਹੈ? ਭਾਰਤ ਦਾ ਸੰਵਿਧਾਨ ਜੋ ਸੁਰੱਖਿਅਤ ਰਹਿੰਦਾ ਹੈ। ਧਿਆਨ 'ਚ ਰੱਖਿਓ। ਚੱਲਦੇ ਅਗਲੇ ਕੁਐਸਚਨ ਦੇ ਵੱਲ। ਉਸ ਸੰਵਿਧਾਨ ਦੇ ਕਿਸ ਭਾਗ ਵਿੱਚ ਨੀਤੀ ਨਿਰਦੇਸ਼ਕ ਤੱਤਾਂ ਦਾ ਉਲੇਖ ਮਿਲਦਾ ਹੈ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਇਹ ਵੀ ਕਈ ਵਾਰੀ ਐਗਜ਼ਾਮ 'ਚ ਰਿਪੀਟ ਹੋਇਆ ਕਿ ਸੰਵਿਧਾਨ ਦੇ ਕਿਸ ਭਾਗ ਵਿੱਚ, ਤੁਹਾਨੂੰ ਪਤਾ ਸੰਵਿਧਾਨ ਵਿੱਚ ਜਿਹੜੇ ਭਾਗ ਹਨ ਤਾਂ ਉਹਨਾਂ ਭਾਗਾਂ ਦੀ ਗੱਲ ਕਰ ਰਿਹਾ ਤੇ ਨੀਤੀ ਨਿਰਦੇਸ਼ਕ ਜੋ ਤੱਤ ਨੇ, ਠੀਕ ਹੈ ਜੀ, ਤੱਤ ਨੇ, ਉਹਨਾਂ ਦਾ ਉਲੇਖ ਕਿਹੜੇ ਭਾਗ ਵਿੱਚ ਹੁੰਦਾ ਹੈ? ਤਾਂ ਇਸ ਦਾ ਬਿਲਕੁਲ ਰਾਈਟ ਆਂਸਰ ਹੋਏਗਾ ਭਾਗ ਚੌਥੇ ਦੇ ਵਿੱਚ। ਠੀਕ ਹੈ ਜੀ, ਭਾਗ ਚੌਥੇ ਵਿੱਚ। ਇੱਥੇ ਰਿਪੀਟ ਹੋ ਗਿਆ। ਠੀਕ ਹੈ ਜੀ, ਇੱਥੇ ਤੁਸੀਂ ਇੱਕ ਕਰ ਲਿਓ। ਠੀਕ ਹੈ, ਤਾਂ ਸੀ ਆਪਸ਼ਨ ਇਹਦਾ ਰਾਈਟ ਆਂਸਰ ਬਣ ਜਾਏਗਾ। ਭਾਗ 4 ਦੇ ਵਿੱਚ ਕੀ ਹੈ? ਨੀਤੀ ਨਿਰਦੇਸ਼ਕ ਤੱਤ ਮਿਲਦੇ ਆ। ਤੇ ਜੇਕਰ ਆਰਟੀਕਲ ਪੁੱਛ ਰਹੇ ਕਿੱਥੋਂ ਲੈ ਕੇ ਕਿੱਥੋਂ ਤੱਕ, ਤਾਂ 36 ਤੋਂ ਲੈ ਕੇ 57 ਤੱਕ। ਠੀਕ ਹੈ, 36 ਤੋਂ ਲੈ ਕੇ 57 ਤੱਕ ਕੀ ਹੈ? ਸਾਨੂੰ ਨੀਤੀ ਨਿਰਦੇਸ਼ਕ ਤੱਤਾਂ ਦਾ ਉਲੇਖ ਮਿਲਦਾ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਇੱਕ ਕੁਐਸਚਨ ਹੋਰ ਇੱਥੇ ਪੁੱਟ ਹੁੰਦਾ। ਸਾਰੇ ਕੁਐਸਚਨ ਜਿੰਨੇ ਵੀ ਇੱਕ ਕੁਐਸਚਨ ਦੇ ਰਿਲੇਟ ਬਣਦੇ ਆ ਨਾਲ ਕਲੀਅਰ ਕਰਦੇ ਆ ਤੇ ਨਾਲ ਹੀ ਤੁਸੀਂ ਆਪਣੇ ਨੋਟਸ ਵਿੱਚ ਵੀ ਨੋਟ ਆਊਟ ਕਰੀਏ। ਠੀਕ ਹੈ ਜੀ, ਆਪਾਂ ਫਿਰ ਰਿਪੀਟ ਕਰ ਦਿੰਦੇ ਇੱਕ ਵਾਰੀ ਜਿਹੜੀ ਜਾਣਕਾਰੀ ਆਪਾਂ ਇਸ ਕੁਐਸਚਨ ਦੇ ਰਿਲੇਟਡ ਕਰ ਰਹੇ ਹਾਂ। ਕੁਐਸਚਨ ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਪਹਿਲਾ ਕੁਐਸਚਨ ਤਾਂ ਇਹ ਪੁੱਟ ਹੁੰਦਾ ਹੈ ਕਿ ਨੀਤੀ ਨਿਰਦੇਸ਼ਕ ਤੱਤ ਜੋ ਹੈ ਉਹਨਾਂ ਦਾ ਉਲੇਖ ਕਿਹੜੇ ਭਾਗ ਵਿੱਚ ਹੁੰਦਾ ਹੈ? ਭਾਗ ਪੁੱਛ ਲਏ ਤਾਂ ਚੌਥਾ ਭਾਗ। ਠੀਕ ਹੈ ਜੀ, ਚੌਥਾ ਭਾਗ ਇਸ ਦਾ ਰਾਈਟ ਆਂਸਰ ਬਣ ਜਾਏਗਾ। ਉਸ ਤੋਂ ਬਾਅਦ ਆਰਟੀਕਲ ਪੁੱਛ ਲਏ ਤਾਂ ਕਿੰਨੇ ਆਰਟੀਕਲ ਤੋਂ ਲੈ ਕੇ ਕਿੰਨੇ ਆਰਟੀਕਲ ਤੱਕ ਜੋ ਹੈ ਇਹ ਚੱਲਦਾ ਹੈ? ਤਾਂ 36 ਤੋਂ ਲੈ ਕੇ 57 ਤੱਕ। ਠੀਕ ਹੈ ਜੀ, ਉਸ ਤੋਂ ਬਾਅਦ ਅਗਲਾ ਕੁਐਸਚਨ ਕਿ ਇਹ ਜਿਹੜੇ ਨੀਤੀ ਨਿਰਦੇਸ਼ਕ ਤੱਤ ਹਨ ਇਹ ਕਿਹੜੇ ਦੇਸ਼ ਤੋਂ ਲਏ ਗਏ ਹਨ? ਕਿਉਂਕਿ ਤੁਹਾਨੂੰ ਪਤਾ ਜਿਹੜਾ ਭਾਰਤੀ ਸੰਵਿਧਾਨ ਹੈ ਇਹ ਅਲੱਗ-ਅਲੱਗ ਦੇਸ਼ਾਂ ਤੋਂ ਅਲੱਗ-ਅਲੱਗ ਜੋ ਉਹਨਾਂ ਚੀਜ਼ਾਂ ਸੀਗੀਆਂ ਚੱਕ ਕੇ ਆਪਣਾ ਸੰਵਿਧਾਨ ਜੋ ਹੈ ਪੂਰਾ ਹੋਇਆ ਸੀ। ਠੀਕ ਹੈ ਜੀ, ਤੇ ਸਭ ਤੋਂ ਲੰਮਾ ਸੰਵਿਧਾਨ ਹੈ ਆਪਣੇ ਭਾਰਤ ਦਾ ਸੰਵਿਧਾਨ ਹੀ ਕਿਹਾ ਜਾਂਦਾ ਹੈ। ਇਹ ਗੱਲ ਨੂੰ ਤੁਸੀਂ ਧਿਆਨ 'ਚ ਰੱਖਣਾ ਹੈ। ਤੇ ਕਿੱਥੋਂ ਲਿਆ ਗਿਆ? ਤਾਂ ਇਹ ਆਇਰਲੈਂਡ ਤੋਂ ਲਿਆ ਗਿਆ। ਠੀਕ ਹੈ ਜੀ, ਆਇਰਲੈਂਡ ਤੋਂ ਭਾਰਤੀ ਸੰਵਿਧਾਨ ਵਿੱਚ ਜਿਹੜੇ ਐਡ ਕੀਤੇ ਗਏ ਨੀਤੀ ਨਿਰਦੇਸ਼ਕ ਤੱਤ ਜੋ ਹੈ ਇਹ ਆਇਰਲੈਂਡ ਦੇਸ਼ ਤੋਂ ਲਏ ਗਏ ਹਨ। ਠੀਕ ਹੈ ਜੀ, ਇਹਨਾਂ ਗੱਲਾਂ ਨੂੰ ਤੁਸੀਂ ਧਿਆਨ 'ਚ ਰੱਖਣਾ ਹੈ। ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ, ਹੈਲਪਫੁਲ ਲੱਗ ਰਹੀ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇੱਦਾਂ ਦੇ ਜੈਨੂਅਨ ਤੁਹਾਨੂੰ ਮਟੀਰੀਅਲ ਜੋ ਹੈ ਅੱਗੇ ਵੀ ਦੇਖਣ ਨੂੰ ਮਿਲੇਗਾ। ਠੀਕ ਹੈ, ਤਾਂ ਬਣੇ ਰਹੋ। ਅਗਲਾ ਕੁਐਸਚਨ ਆਪਾਂ ਦੇਖਦੇ ਹਾਂ। ਉਸ ਸੰਵਿਧਾਨ ਦੇ ਕਿਸ ਭਾਗ ਵਿੱਚ ਸੰਵਿਧਾਨਿਕ ਸੰਸ਼ੋਧਨ ਦੀ ਪ੍ਰਕਿਰਿਆ ਦਾ ਉਲੇਖ ਹੈ? ਤਾਂ ਇਸ ਦਾ ਜੋ ਬਿਲਕੁਲ ਜਿਹੜਾ ਆਨਸਰ ਹੈ ਉਹ ਜੀ ਭਾਗ 20ਵੇਂ ਵਿੱਚ। ਠੀਕ ਹੈ ਜੀ, ਭਾਗ 20ਵਾਂ ਜੋ ਹੈ, ਠੀਕ ਹੈ, 20 ਜੋ ਹੈ ਭਾਰਤੀ ਸੰਵਿਧਾਨ ਦਾ, ਉਸ ਵਿੱਚ ਸੰਵਿਧਾਨਿਕ ਸੰਸ਼ੋਧਨ ਦੀ ਜੋ ਪ੍ਰਕਿਰਿਆ ਹੈ ਉਸ ਦਾ ਉਲੇਖ ਮਿਲਦਾ ਹੈ। ਠੀਕ ਹੈ ਜੀ, ਤਾਂ ਹੁਣ ਪਹਿਲਾਂ ਆਪਾਂ ਕਿਤੇ ਨੀਤੀ ਨਿਰਦੇਸ਼ਕ ਤੱਤ ਉਹ ਸੀਗੇ ਭਾਗ 4 ਦੇ ਵਿੱਚ, ਤੇ ਹੁਣ ਆਪਾਂ ਸੰਵਿਧਾਨਿਕ ਸੰਸ਼ੋਧਨ ਦੀ ਗੱਲ ਕਰ ਰਹੇ ਹਾਂ ਤਾਂ ਇਹ ਹੈ ਜੀ 20 ਭਾਗ ਵਿੱਚ। ਠੀਕ ਹੈ ਜੀ, ਤੇ ਇਹ ਵੀ ਕੁਐਸਚਨ ਪੁੱਟ ਹੁੰਦਾ ਕਿ ਇਹ ਕਿਹੜੇ ਦੇਸ਼ ਤੋਂ ਲੈ ਗਿਆ? ਤਾਂ ਇਹ ਦੱਖਣ ਅਫਰੀਕਾ ਤੋਂ। ਠੀਕ ਹੈ ਜੀ, ਸਾਊਥ ਅਫਰੀਕਾ ਤੋਂ ਕੀ ਹੈ ਇਹ ਲਏ ਗਏ। ਠੀਕ ਹੈ, ਇਹ ਤੁਸੀਂ ਧਿਆਨ 'ਚ ਰੱਖਿਓ। ਠੀਕ ਹੈ, ਕਿ ਸੰਵਿਧਾਨਿਕ ਸੰਸ਼ੋਧਨ ਕਿਹੜੇ ਦੇਸ਼ ਤੋਂ ਲੈ ਗਿਆ? ਤਾਂ ਦੱਖਣੀ ਅਫਰੀਕਾ ਤੋਂ ਜਾਂ ਸਾਊਥ ਅਫਰੀਕਾ ਤੋਂ ਲੈ ਕੇ। ਠੀਕ ਹੈ ਜੀ, ਉਸ ਤੋਂ ਬਾਅਦ ਅਗਲਾ ਕੁਐਸਚਨ ਹੈ 74ਵੇਂ ਸੰਵਿਧਾਨ ਸੰਸ਼ੋਧਨ ਅਧਿਨਿਯਮ ਦੁਆਰਾ ਕਿਹੜੀ ਅਨੁਸੂਚੀ ਜੋੜੀ ਗਈ ਸੀ? ਠੀਕ ਹੈ ਜੀ, 74ਵੇਂ ਸੰਵਿਧਾਨ ਸੰਸ਼ੋਧਨ ਦੁਆਰਾ ਭਾਰਤੀ ਸੰਵਿਧਾਨ ਦੇ ਵਿੱਚ ਅਨੁਸੂਚੀਆਂ ਤੁਹਾਨੂੰ ਪਤਾ ਕਿੰਨੀਆਂ ਹੈ, ਤਾਂ ਉਹਨਾਂ ਵਿੱਚੋਂ ਕਿਹੜੀ ਅਨੁਸੂਚੀ ਜੋ ਹੈ ਇਹ ਐਡਅਪ ਕੀਤੀ ਗਈ ਸੀ ਭਾਰਤੀ ਸੰਵਿਧਾਨ ਦੇ ਵਿੱਚ? ਤਾਂ ਇਸ ਦਾ ਰਾਈਟ ਆਨਸਰ ਹੈ, ਇਸ ਦਾ ਜੋ ਬਿਲਕੁਲ ਰਾਈਟ ਆਨਸਰ 73 ਸੰਸ਼ੋਧਨ ਦੁਆਰਾ 12ਵੀਂ ਅਨੁਸੂਚੀ ਜੋ ਹੈ ਐਡ ਕੀਤੀ ਗਈ ਸੀ ਭਾਰਤੀ ਸੰਵਿਧਾਨ ਦੇ ਵਿੱਚ। ਠੀਕ ਹੈ ਜੀ, ਸੋ ਇਹ ਤੁਸੀਂ ਧਿਆਨ 'ਚ ਰੱਖਿਓ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸ ਤੋਂ ਬਾਅਦ ਨਵੇਂ ਰਾਜ ਦਾ ਗਠਨ ਅਤੇ ਸੀਮਾ ਵਿੱਚ ਪਰਿਵਰਤਨ ਕਰਨ ਦਾ ਅਧਿਕਾਰ ਕਿਸ ਕੋਲ ਹੈ? ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਆਪਾਂ ਤੁਸੀਂ ਪਹਿਲਾ ਭਾਗ ਪੜ੍ਹਦੇ ਹੋ। ਠੀਕ ਹੈ ਜੀ, ਪਹਿਲਾਂ ਕੀ ਕਰਦਾ ਕਿ ਇੱਕ ਭਾਰਤ ਹੈ, ਇਹ ਰਾਜਾਂ ਦਾ ਰਾਜ ਹੈ, ਇਸ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ, ਇਹਨਾਂ ਦੀ ਸੀਮਾਵਾਂ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ, ਇਸ ਦੇ ਰਾਜਾਂ ਦੇ ਨਾਮਾਂ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ। ਤੁਸੀਂ ਪੜ੍ਹਦੇ ਹੋ, ਠੀਕ ਹੈ, ਤੁਹਾਨੂੰ ਪਤਾ ਹੋਏਗਾ। ਤਾਂ ਇੱਥੇ ਇਸ ਦੀ ਗੱਲ ਕਰ ਰਿਹਾ ਕਿ ਕਿਸ ਕੋਲ ਇਹ ਅਧਿਕਾਰ ਹੈ ਕਿ ਉਹ ਸੀਮਾਵਾਂ ਬਦਲ ਸਕਦਾ ਹੈ, ਉਹ ਨਾਂ ਬਦਲ ਸਕਦਾ ਹੈ, ਉਹ ਇੱਕ ਨਵਾਂ ਰਾਜ ਬਣਾ ਸਕਦਾ ਹੈ। ਤਾਂ ਇਹ ਜਿਹੜੀ ਸਾਰੀ ਸ਼ਕਤੀ ਹੁੰਦੀ ਹੈ ਤਾਂ ਇਹ ਸੰਸਦ ਕੋਲ ਹੁੰਦੀ ਹੈ। ਠੀਕ
ਤਾਂ ਇਸ ਦਾ ਜੋ ਬਿਲਕੁਲ ਰਾਈਟ ਆਂਸਰ ਬਣ ਜਾਏਗਾ ਉਹ ਹੈ ਜੀ, ਇਸ ਦਾ ਰਾਈਟ ਆਂਸਰ ਹੈ ਸੰਸਦ। ਹਾਂਜੀ, ਬਿਲਕੁਲ ਸੰਸਦ ਹੈ। ਸੰਸਦ ਦੇ ਜੋ ਮੈਂਬਰ ਹੈ ਉਹਨਾਂ ਦੁਆਰਾ ਕੀ ਹੈ, ਨਵੇਂ ਰਾਜ ਤੇ ਨਵੀਆਂ ਸੀਮਾਵਾਂ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ। ਇਹ ਅਧਿਕਾਰ ਜੋ ਹੈ ਸੰਸਦ ਕੋਲ ਹੁੰਦਾ ਹੈ। ਠੀਕ ਹੈ ਜੀ, ਇਹ ਤੁਸੀਂ ਧਿਆਨ 'ਚ ਰੱਖਿਓ। ਉਸ ਤੋਂ ਬਾਅਦ ਆਪਣਾ ਅਗਲਾ ਕੁਐਸਚਨ ਹੈ, ਭਾਰਤੀ ਸੰਵਿਧਾਨ ਨੂੰ ਕਦੋਂ ਅਪਣਾਇਆ ਗਿਆ ਸੀਗਾ। ਠੀਕ ਹੈ, ਇਹ ਵੀ ਕੁਐਸਚਨ ਇੰਪੋਰਟੈਂਟ ਹੈ, ਕਈ ਵਾਰੀ ਐਗਜ਼ਾਮ 'ਚ ਰਿਪੀਟ ਹੋਇਆ ਕਿ ਭਾਰਤੀ ਸੰਵਿਧਾਨ ਕਦੋਂ ਕੀ ਹੈ ਅਪਣਾਇਆ ਗਿਆ ਸੀਗਾ। ਤਾਂ ਇਸ ਦਾ ਰਾਈਟ ਆਂਸਰ ਹੈ 26 ਨਵੰਬਰ 1949 ਨੂੰ। ਠੀਕ ਹੈ ਜੀ, 26 ਨਵੰਬਰ 1949 ਨੂੰ ਕੀ ਹੈ, ਭਾਰਤੀ ਸੰਵਿਧਾਨ ਨੂੰ ਅਪਣਾਇਆ ਗਿਆ ਸੀਗਾ। ਤੇ ਲਾਗੂ ਕਦੋਂ ਕੀਤਾ ਗਿਆ ਸੀ, 26 ਨਵੰਬਰ 1950 ਨੂੰ। ਠੀਕ ਹੈ ਜੀ, ਇਹ ਤੁਸੀਂ ਧਿਆਨ 'ਚ ਰੱਖਿਓ। ਬਾਕੀ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਨੂੰ ਅਪਣਾਇਆ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਜੀ, ਭਾਰਤੀ ਸੰਵਿਧਾਨ ਵਿੱਚ ਕਿਸ ਅਨੁਛੇਦ ਵਿੱਚ ਨਾਗਰਿਕਤਾ ਸੰਬੰਧੀ ਜੋ ਹੈ ਪਾਬੰਦ ਜੋ ਹੈ ਕੀਤੇ ਗਏ। ਠੀਕ ਹੈ, ਨਾਗਰਿਕਤਾ ਦਾ ਜੋ ਉਲੇਖ ਹੈ ਇਹ ਕਿਹੜੇ ਅਨੁਛੇਦ ਵਿੱਚ ਆਉਂਦਾ ਹੈ ਭਾਰਤੀ ਸੰਵਿਧਾਨ ਦੇ ਵਿੱਚ। ਤਾਂ ਇਸ ਦਾ ਜੋ ਬਿਲਕੁਲ ਰਾਈਟ ਆਂਸਰ ਹੈ ਉਹ ਹੈ ਜੀ ਅਨੁਛੇਦ 5 ਤੋਂ 11 ਤੱਕ। ਠੀਕ ਹੈ ਜੀ, 5 ਤੋਂ 11 ਤੱਕ, ਜਾਂ ਇਹਨੂੰ ਤੁਸੀਂ ਯਾਦ ਰੱਖਦੇ 5 ਵਰਸ਼ੀ। ਠੀਕ ਹੈ, 5 ਵਰਸ਼ੀ ਤੋਂ ਵੀ ਯਾਦ ਰੱਖ ਸਕਦੇ ਹੋ। ਤਾਂ ਅਨੁਛੇਦ 5 ਤੋਂ 11 ਤੱਕ ਕੀ ਹੈ, ਭਾਰਤੀ ਸੰਵਿਧਾਨ ਵਿੱਚ ਕਿਸ ਦਾ ਉਲੇਖ ਮਿਲਦਾ ਹੈ, ਤਾਂ ਭਾਰਤ ਦੀ ਨਾਗਰਿਕਤਾ ਦਾ ਜੋ ਹੈ ਉਲੇਖ ਮਿਲਦਾ ਹੈ। ਇਹ ਤੁਸੀਂ ਧਿਆਨ 'ਚ ਰੱਖਿਓ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸ ਦਾ ਭਾਰਤੀ ਸੰਵਿਧਾਨ ਦੁਆਰਾ ਭਾਰਤੀ ਨਾਗਰਿਕਾਂ ਨੂੰ ਕਿੰਨੇ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਹਨ। ਤਾਂ ਦੱਸਣਾ ਜੀ ਭਾਰਤੀ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਹਨ। ਤਾਂ ਇਸ ਦਾ ਹੀ ਬਿਲਕੁਲ ਜਿਹੜਾ ਆਂਸਰ ਹੈ ਉਹ ਹੈ ਜੀ 7। ਠੀਕ ਹੈ ਜੀ, 7 ਜੋ ਹੈ ਕੀਤੇ ਗਏ ਆਪਾਂ ਕਿ ਵਰਤਮਾਨ ਵਿੱਚ 6 ਮੰਨੇ ਜਾਂਦੇ ਆ। ਠੀਕ ਹੈ ਜੀ, ਵਰਤਮਾਨ ਵਿੱਚ ਜੋ ਹੈ ਪੁੱਛ ਲਈ ਤਾਂ 6 ਮੰਨੇ ਜਾਂਦੇ ਆ। ਜੇਕਰ ਤੁਹਾਨੂੰ ਭਾਰਤੀ ਸੰਵਿਧਾਨ ਵਿੱਚ ਭਾਰਤੀ ਨਾਗਰਿਕਤਾ ਨੂੰ ਮੌਲਿਕ ਅਧਿਕਾਰ ਜਿਹੜਾ ਪ੍ਰਦਾਨ ਕੀਤੇ ਗਿਆ ਉਹ 6 ਹੈ। ਵਰਤਮਾਨ ਵਿੱਚ ਇਸ ਦੀ ਜੋ ਸੰਖਿਆ ਹੈ। ਠੀਕ ਹੈ ਜੀ, ਧਿਆਨ 'ਚ ਰੱਖਿਓ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸ ਦਾ ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਵਰਣਨ ਕਿੱਥੇ ਮਿਲਦਾ ਹੈ। ਤਾਂ ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਜੋ ਵਰਣਨ ਮਿਲਦਾ ਹੈ ਤਾਂ ਇਹ ਮਿਲਦਾ ਹੈ ਜੀ 12 ਤੋਂ 35 ਤੱਕ। ਠੀਕ ਹੈ, 12 ਤੋਂ 35 ਤੱਕ ਜਿਹੜੇ ਸਾਡੇ ਆਰਟੀਕਲ ਹਨ, ਅਨੁਛੇਦ ਹਨ, ਤਾਂ ਉਹਨਾਂ ਵਿੱਚ ਭਾਰਤ ਦੀ ਨਾਗਰਿਕ ਦੇ ਮੌਲਿਕ ਅਧਿਕਾਰ ਜੋ ਹਨ, ਠੀਕ ਹੈ, ਮੌਲਿਕ ਅਧਿਕਾਰ ਹਨ, ਉਹਨਾਂ ਦਾ ਉਲੇਖ ਜੋ ਹੈ ਜਾਂ ਵਰਣਨ ਮਿਲਦਾ ਹੈ। ਠੀਕ ਹੈ ਜੀ, ਧਿਆਨ 'ਚ ਰੱਖਿਓ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸ ਦਾ ਰਾਜ ਦੇ ਨੀਤੀ ਨਿਰਦੇਸ਼ਕ ਤੱਤਾਂ ਦਾ ਉਲੇਖ ਭਾਰਤੀ ਸੰਵਿਧਾਨ ਦੇ ਕਿਸ ਭਾਗ ਵਿੱਚ ਹੈ। ਤਾਂ ਇਸ ਦਾ ਹੀ ਬਿਲਕੁਲ ਜਿਹੜਾ ਆਂਸਰ ਹੈ ਉਹਦੀ ਭਾਗ 4। ਇੱਥੇ ਕੁਐਸਚਨ ਨਹੀਂ ਰਿਪੀਟ ਹੋ ਗਿਆ, ਅੱਗੇ ਵੀ ਕੁਐਸਚਨ ਆਪਾਂ ਤੁਹਾਨੂੰ ਕਰਵਾਇਆ ਹੈ ਕਿ ਰਾਜ ਦੇ ਨੀਤੀ ਨਿਰਦੇਸ਼ ਤੱਤਾਂ ਦਾ ਉਲੇਖ ਕਿੱਥੇ ਮਿਲਦਾ ਹੈ, ਤਾਂ ਭਾਗ 4 ਵਿੱਚ ਮਿਲਦਾ ਹੈ। ਇਹ ਕੁਐਸਚਨ ਰਿਪੀਟ ਹੋ ਗਿਆ, ਤੁਹਾਡੀ ਰਿਵੀਜ਼ਨ ਦੇ ਤੌਰ 'ਤੇ ਤੁਸੀਂ ਇਸ ਨੂੰ ਰੱਖ ਸਕਦੇ ਹੋ। ਤੇ ਕੁਐਸਚਨ ਇੱਕ ਵਾਰੀ ਫੇਰ ਇਹ ਰਿਪੀਟ ਹੋਇਆ। ਕੁਐਸਚਨ ਹੈ ਹੀ ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਕੁਐਸਚਨ ਬਹੁਤ ਇੰਪੋਰਟੈਂਟ ਹੈ, ਇਸ ਕਰਕੇ ਇਹ ਰਿਪੀਟ ਹੋ ਗਿਆ। ਠੀਕ ਹੈ ਜੀ, ਸੋ ਇਸ ਨੂੰ ਯਾਦ ਰੱਖਿਓ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸ ਤੋਂ ਬਾਅਦ ਕੁਐਸਚਨ 1976 ਵਿੱਚ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਕਮੇਟੀ ਨੇ ਨਾਗਰਿਕਾਂ ਦੇ ਮੂਲ ਕਰਤੱਵਿਆਂ ਨੂੰ ਸ਼ਾਮਲ ਕਰਨ ਦੀ ਜੋ ਹੈ ਸਿਫਾਰਿਸ਼ ਕੀਤੀ ਸੀ। ਬਹੁਤ ਹੀ ਜ਼ਿਆਦਾ ਵੈਰੀ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਇਸ ਬਾਰੇ ਜਿੰਨੀ ਵੀ ਜਾਣਕਾਰੀ ਬਣੇਗੀ ਤੁਹਾਨੂੰ ਆਪਾਂ ਸ਼ੇਅਰ ਕਰਾਂਗੇ। ਦੱਸੋ ਜਿਨ੍ਹਾਂ ਨੂੰ ਇਸ ਦਾ ਰਾਈਟ ਆਂਸਰ ਪਤਾ ਹੈ। ਤਾਂ ਇਸ ਦਾ ਜੀ ਬਿਲਕੁਲ ਜਿਹੜਾ ਆਂਸਰ ਹੈ 1976 ਦੇ ਵਿੱਚ ਜਿਹੜਾ ਆਪਣੇ ਮੌਲਿਕ ਕਰਤੱਵ ਹਨ ਸ਼ਾਮਲ ਕੀਤੇ ਗਏ ਹੈ। ਤਾਂ ਕਿਹੜੀ ਕਮੇਟੀ ਦੁਆਰਾ ਇਹ ਸ਼ਾਮਲ ਕੀਤੇ ਗਏ ਸੀ, ਤਾਂ ਸਵਰਨ ਸਿੰਘ ਕਮੇਟੀ ਦੁਆਰਾ। ਠੀਕ ਹੈ ਜੀ, ਸਾਰਿਆਂ ਨੂੰ ਪਤਾ ਹੋਏਗਾ ਸਵਰਨ ਸਿੰਘ, ਡੀ ਆਪਸ਼ਨ ਇਸ ਦਾ ਰਾਈਟ ਆਂਸਰ ਹੈ। ਇਸ ਕਮੇਟੀ ਦੁਆਰਾ ਕੀ ਹੈ, ਸਾਡੇ ਭਾਰਤੀ ਸੰਵਿਧਾਨ 1976 ਵਿੱਚ ਮੂਲ ਕਰਤੱਵ ਜੋ ਹੈ ਸ਼ਾਮਲ ਕੀਤੇ ਗਏ ਸੀ। ਸੰਸ਼ੋਧਨ ਕਿਹੜੀ ਸੀ, ਤਾਂ 46ਵੇਂ ਸੰਸ਼ੋਧਨ ਦੁਆਰਾ। ਠੀਕ ਹੈ, 46ਵੇਂ ਸੰਸ਼ੋਧਨ 1976 ਦੇ ਸਵਰਨ ਸਿੰਘ ਕਮੇਟੀ ਦੇ ਦੁਆਰਾ ਸਾਡੇ ਸੰਵਿਧਾਨ ਵਿੱਚ, ਭਾਰਤੀ ਸੰਵਿਧਾਨ ਵਿੱਚ ਮੂਲ ਕਰਤੱਵਿਆਂ ਨੂੰ ਜੋ ਹੈ ਸ਼ਾਮਲ ਕੀਤਾ ਗਿਆ ਸੀਗਾ। ਇਹ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਿਓ। ਠੀਕ ਹੈ ਜੀ, ਉਸ ਦਾ ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵਾਂ ਨੂੰ ਸ਼ਾਮਲ ਕਰਨ ਦਾ ਵਿਚਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ। ਦੱਸੋ ਜੀ, ਇਹ ਜਿਹੜੇ ਮੌਲਿਕ ਅਧਿਕਾਰ ਜਾਂ ਮੌਲਿਕ ਕਰਤੱਵ ਹਨ ਜਿਹੜੇ, ਇਹ ਕਿਸ ਦੇਸ਼ ਦੇ ਨਾਲ ਜੋ ਸੰਬੰਧਿਤ ਹੈ, ਕਿਹੜੇ ਦੇਸ਼ ਦੇ ਨਾਲ ਜਿਹੜੇ ਵਿਚਾਰ ਕਰਕੇ ਇਹ ਸ਼ਾਮਲ ਕੀਤੇ ਗਏ ਹੈ। ਤਾਂ ਇਸ ਦਾ ਜੀ ਬਿਲਕੁਲ ਰਾਈਟ ਆਂਸਰ ਬਣ ਜਾਏਗਾ ਤਾਂ ਰੂਸ ਦੇਸ਼ ਤੋਂ। ਠੀਕ ਹੈ ਜੀ, ਰੂਸ, ਰਸ਼ੀਆ ਤੁਹਾਨੂੰ ਪਤਾ ਹੋਏਗਾ। ਤਾਂ ਰੂਸ ਦੇਸ਼ ਤੋਂ ਕੀ ਹੈ ਇਹ ਅਪਣਾਏ ਗਏ ਹੈ ਜੋ ਆਪਣੇ ਮੌਲਿਕ ਕਰਤੱਵ ਨੇ। ਠੀਕ ਹੈ ਜੀ, ਇਹ ਤੁਸੀਂ ਧਿਆਨ 'ਚ ਰੱਖਿਓ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸ ਦੇ ਹੇਠਾਂ ਲਿਖਿਆਂ ਵਿੱਚੋਂ ਕਿਸ ਦੇਸ਼ ਦਾ ਲਿਖਤ ਸੰਵਿਧਾਨ ਸਭ ਤੋਂ ਵੱਡਾ ਹੈ। ਕੁਐਸਚਨ ਇੰਪੋਰਟੈਂਟ ਹੈ, ਤੁਹਾਨੂੰ ਅੱਗੇ ਵੀ ਦੱਸਿਆ ਹੈ। ਤਾਂ ਇਸ ਦਾ ਰਾਈਟ ਆਂਸਰ ਬਣ ਜਾਏਗਾ ਭਾਰਤ ਜੋ ਦੇਸ਼ ਹੈ, ਇਸ ਦਾ ਜੋ ਸੰਵਿਧਾਨ ਹੈ, ਠੀਕ ਹੈ, ਇਹ ਲਿਖਿਤ ਹੈ ਅਤੇ ਸਭ ਤੋਂ ਵੱਡਾ ਹੈ। ਠੀਕ ਹੈ ਜੀ, ਭਾਰਤ ਇਸ ਦਾ ਬਿਲਕੁਲ ਰਾਈਟ ਆਂਸਰ ਬਣ ਜਾਏਗਾ। ਧਿਆਨ 'ਚ ਰੱਖਿਓ। ਉਸ ਦਾ ਪੰਜਸ਼ਾਲੀ ਯੋਜਨਾ ਕਿਸ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹੈ। ਜੋ ਪੰਜਸ਼ਾਲੀ ਯੋਜਨਾ ਹੈ ਤਾਂ ਇਹ ਕਿਹੜੇ ਦੇਸ਼ ਤੋਂ ਪ੍ਰੇਰਿਤ ਹੈ, ਇਹ ਤੁਸੀਂ ਧਿਆਨ 'ਚ ਰੱਖਿਓ। ਦੱਸਣਾ ਇਸ ਦਾ ਰਾਈਟ ਆਂਸਰ। ਤਾਂ ਇਸ ਦਾ ਰਾਈਟ ਆਂਸਰ ਹੈ ਇਹ ਵੀ ਰੂਸ ਤੋਂ ਹੀ। ਠੀਕ ਹੈ ਜੀ, ਰੂਸ ਸੋਵੀਅਤ ਸੰਘ। ਠੀਕ ਹੈ, ਸੋਵੀਅਤ ਸੰਘ ਜਿਹੜੀ ਹੈ ਤਾਂ ਇਹ ਰੂਸ ਦੇ ਨਾਲ ਸੰਬੰਧਿਤ ਹੈ। ਤਾਂ ਇੱਥੇ ਤੁਸੀਂ ਰੂਸ ਨੂੰ ਵੀ ਧਿਆਨ 'ਚ ਰੱਖਿਓ। ਬਾਕੀ ਸੋਵੀਅਤ ਸੰਘ ਵੀ ਇੱਥੇ ਪੁੱਛਿਆ ਜਾ ਸਕਦਾ ਹੈ। ਪੰਜਸ਼ਾਲੀ ਯੋਜਨਾ ਕਿਸ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹੈ ਜਾਂ ਲਈ ਗਈ ਹੈ, ਤਾਂ ਰੂਸ ਭਾਵ ਸੋਵੀਅਤ ਸੰਘ ਤੋਂ ਲਈ ਗਈ ਹੈ। ਠੀਕ ਹੈ ਜੀ, ਇਹ ਧਿਆਨ 'ਚ ਰੱਖਿਓ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ।
ਉਸ ਸੰਘ ਦੀ ਕਾਰਜਕਾਰੀ ਸ਼ਕਤੀ ਕਿਸ ਕੋਲ ਹੁੰਦੀ ਹੈ? ਠੀਕ ਹੈ, ਸੰਘ ਦੀ ਜੋ ਕਾਰਜਕਾਰੀ ਸ਼ਕਤੀ ਹੁੰਦੀ ਹੈ ਤਾਂ ਕਿਸ ਕੋਲ ਹੁੰਦੀ ਹੈ? ਤਾਂ ਇਸ ਦਾ ਰਾਈਟ ਆਂਸਰ ਬਣ ਜਾਏਗਾ ਰਾਸ਼ਟਰਪਤੀ ਕੋਲ। ਠੀਕ ਹੈ ਜੀ। ਤੇ ਵਰਤਮਾਨ ਵਿੱਚ ਤੁਹਾਨੂੰ ਕੁਐਸਚਨ ਪੁੱਟ ਕਰਦੇ ਹਾਂ, ਵਰਤਮਾਨ ਵਿੱਚ ਭਾਰਤ ਦੇ ਰਾਸ਼ਟਰਪਤੀ ਕੌਣ ਹਨ? ਬਹੁਤ ਵਾਰ ਕਰਾ ਚੁੱਕੇ ਹਾਂ। ਤੁਸੀਂ ਮੈਨੂੰ ਇਹਦਾ ਰਾਈਟ ਆਂਸਰ ਜੋ ਹੈ ਕਮੈਂਟ ਬਾਕਸ ਦੱਸੋਗੇ, ਜਿਹਨਾਂ ਨੂੰ ਪਤਾ ਹੋਏਗਾ ਕਿ ਭਾਰਤ ਦੇ ਵਰਤਮਾਨ ਵਿੱਚ ਰਾਸ਼ਟਰਪਤੀ ਕੌਣ ਹਨ। ਠੀਕ ਹੈ ਜੀ, ਤਾਂ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ। ਠੀਕ ਹੈ ਜੀ। ਚੱਲਦੇ ਹਾਂ ਅਗਲੀ ਕੁਐਸਚਨ ਦੀ ਵੱਲ। ਉਸ ਦਾ ਭਾਰਤ ਵਿੱਚ ਕਾਰਜਪਾਲਿਕਾ ਦਾ ਮੁਖੀ ਕੌਣ ਹੁੰਦਾ ਹੈ? ਠੀਕ ਹੈ, ਕਾਰਜਪਾਲਿਕਾ ਦਾ ਜੋ ਮੁਖੀ ਹੁੰਦਾ ਹੈ ਭਾਰਤ ਵਿੱਚ, ਤਾਂ ਉਹ ਕੌਣ ਹੁੰਦਾ ਹੈ? ਇਸ ਦਾ ਰਾਈਟ ਆਂਸਰ ਹੈ, ਤਾਂ ਇਸ ਦਾ ਰਾਈਟ ਆਂਸਰ ਵੀ ਬਣ ਜਾਏਗਾ ਰਾਸ਼ਟਰਪਤੀ ਹੀ ਭਾਰਤ ਵਿੱਚ ਜੋ ਕਾਰਜਪਾਲਿਕਾ ਹੁੰਦੇ ਹਨ ਉਹਨਾਂ ਦਾ ਮੁਖੀ ਹੁੰਦਾ ਹੈ। ਠੀਕ ਹੈ ਜੀ। ਸੋ ਇਹ ਧਿਆਨ 'ਚ ਰੱਖਿਓ। ਚੱਲਦੇ ਹਾਂ ਅਗਲੇ ਕੁਐਸਚਨ ਦੀ ਵੱਲ। ਉਸ ਸੰਪੂਰਨ ਸੰਵਿਧਾਨ ਨੂੰ ਕਦੋਂ ਲਾਗੂ ਕੀਤਾ ਗਿਆ ਸੀ? ਕੁਐਸਚਨ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ ਜੀ, ਕਿ ਸੰਵਿਧਾਨ ਨੂੰ ਪੂਰਨ ਤੌਰ ਜਿਹੜਾ ਜੋ ਲਾਗੂ ਕੀਤਾ ਗਿਆ ਸੀ, ਉਹ ਡੇਟ, ਉਹ ਸਨ, ਉਹ ਮਹੀਨਾ ਕਿਹੜਾ ਸੀ? ਤਾਂ ਇਹਦਾ ਰਾਈਟ ਆਂਸਰ ਹੈ 26 ਜਨਵਰੀ 1950 ਨੂੰ। ਠੀਕ ਹੈ, 26 ਜਨਵਰੀ 1950 ਇਸ ਦਾ ਬਿਲਕੁਲ ਰਾਈਟ ਆਂਸਰ ਬਣ ਜਾਏਗਾ। 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ ਪੂਰਨ ਤੌਰ 'ਤੇ। ਠੀਕ ਹੈ ਜੀ। ਧਿਆਨ 'ਚ ਰੱਖਿਓ। ਉਸ ਤੋਂ ਬਾਅਦ ਹੈ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਚੋਣ ਕਮਿਸ਼ਨ ਦਾ ਵਰਣਨ ਮਿਲਦਾ ਹੈ? ਤਾਂ ਚੋਣ ਕਮਿਸ਼ਨ ਦਾ ਜਿਹੜਾ ਵਰਣਨ ਮਿਲਦਾ ਭਾਰਤ ਸੰਵਿਧਾਨ ਵਿੱਚ, ਤਾਂ ਇਹ ਕਿਹੜੇ ਆਰਟੀਕਲ ਜਾਂ ਅਨੁਛੇਦ ਵਿੱਚ ਮਿਲਦਾ ਹੈ? ਇਹਦਾ ਰਾਈਟ ਆਂਸਰ ਹੋ ਜਾਏਗਾ 324 ਅਨੁਛੇਦ ਵਿੱਚ। ਹਾਂਜੀ, ਬਿਲਕੁਲ ਰਾਈਟ ਆਂਸਰ ਹੈ 324 ਅਨੁਛੇਦ ਵਿੱਚ ਜੋ ਹੈ ਚੋਣ ਕਮਿਸ਼ਨ ਦਾ ਜੋ ਹੈ ਵਰਣਨ ਮਿਲਦਾ ਹੈ ਭਾਰਤੀ ਸੰਵਿਧਾਨ ਵਿੱਚ। ਧਿਆਨ 'ਚ ਰੱਖਿਓ। ਠੀਕ ਹੈ ਜੀ। ਉਸ ਤੋਂ ਬਾਅਦ ਆਪਣਾ ਅਗਲਾ ਕੁਐਸਚਨ ਹੈ ਜੀ, ਸੰਵਿਧਾਨ ਦੀ ਪ੍ਰਸਤਾਵਨਾ ਨੂੰ ਕਿੰਨੀ ਵਾਰ ਸੋਧਿਆ ਗਿਆ ਹੈ? ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਕਈ ਵਾਰੀ ਐਗਜ਼ਾਮ ਵਿੱਚ ਰਿਪੀਟ ਹੋਇਆ। ਤਾਂ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਕਿੰਨੀ ਵਾਰ ਸੋਧਿਆ ਗਿਆ ਹੈ ਜਾਂ ਲਾਗੂ ਕੀਤਾ ਗਿਆ? ਤਾਂ ਇਸ ਦਾ ਰਾਈਟ ਆਂਸਰ ਹੋ ਜਾਏਗਾ ਇਸ ਨੂੰ ਜਿਹੜਾ ਪ੍ਰਸਤਾਵਨਾ ਨੂੰ ਇੱਕ ਵਾਰ ਜੋ ਹੈ ਲਾਗੂ ਕੀਤਾ ਗਿਆ, ਸੋਧਿਆ ਗਿਆ ਹੈ। ਠੀਕ ਹੈ ਜੀ, ਇੱਕ ਵਾਰ ਜੋ ਹੈ ਸੋਧਿਆ ਗਿਆ ਹੈ। ਇਸ ਦਾ ਰਾਈਟ ਆਂਸਰ ਹੋ ਜਾਏਗਾ ਇੱਕ, ਇਸ ਦਾ ਰਾਈਟ ਆਂਸਰ ਹੋ ਜਾਏਗਾ। ਉਸ ਤੋਂ ਬਾਅਦ ਰਾਜ ਸਭਾ ਦੇ ਚੇਅਰਮੈਨ ਦੀ ਗੈਰ ਹਾਜ਼ਰੀ ਵਿੱਚ ਰਾਜ ਸਭਾ ਦਾ ਕੰਮ ਕੌਣ ਕਰਦਾ ਹੈ? ਮੰਨ ਲਓ ਰਾਜ ਸਭਾ ਹੈ, ਠੀਕ ਹੈ ਜੀ, ਤਾਂ ਉਹਦਾ ਜਿਹੜਾ ਚੇਅਰਮੈਨ ਹੈ ਉਹ ਗੈਰ ਹਾਜ਼ਰ ਹੈ, ਗੈਰ ਹਾਜ਼ਰੀ ਵਿੱਚ ਹੈ, ਤਾਂ ਉਸ ਟਾਈਮ ਰਾਜ ਸਭਾ ਦਾ ਕੰਮ ਕੌਣ ਸੰਭਾਲਦਾ ਹੈ ਜਾਂ ਕੰਮ ਕੌਣ ਕਰਦਾ ਹੈ ਰਾਜ ਸਭਾ ਦਾ? ਤਾਂ ਇਸ ਦਾ ਰਾਈਟ ਆਂਸਰ ਬਣ ਜਾਏਗਾ ਡਿਪਟੀ ਚੇਅਰਮੈਨ। ਠੀਕ ਹੈ, ਜੋ ਡਿਪਟੀ ਚੇਅਰਮੈਨ ਹੈ ਉਹ ਉਸ ਦਾ ਅਹੁਦਾ ਸੰਭਾਲੇਗਾ, ਉਹੀ ਉਸ ਦਾ ਕੰਮ ਸੰਭਾਲੇਗਾ ਜੇਕਰ ਰਾਜ ਸਭਾ ਵਿੱਚ ਚੇਅਰਮੈਨ ਨਹੀਂ ਹੈਗਾ। ਠੀਕ ਹੈ ਜੀ, ਇਹ ਤੁਸੀਂ ਧਿਆਨ 'ਚ ਰੱਖਿਓ। ਉਸ ਤੋਂ ਬਾਅਦ ਹੈ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ? ਤਾਂ ਇਹਨਾਂ ਚਾਰਾਂ ਆਪਸ਼ਨ ਨੂੰ ਤੁਸੀਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਹੈ ਜੋ ਮੌਲਿਕ ਅਧਿਕਾਰ ਨਹੀਂ ਹੈ। ਜਿਹਨਾਂ ਨੂੰ ਪਤਾ ਹੈ ਜ਼ਰੂਰ ਦੱਸਿਓ। ਸੋ ਇਹਦਾ ਰਾਈਟ ਆਂਸਰ ਹੈ ਸੰਪत्ति ਦਾ ਅਧਿਕਾਰ। ਠੀਕ ਹੈ, ਸੰਪत्ति ਦਾ ਅਧਿਕਾਰ ਜੋ ਹੈ ਇਹ ਇੱਕ ਮੌਲਿਕ ਅਧਿਕਾਰ ਨਹੀਂ ਹੈ। ਬਾਕੀ ਸਮਾਨਤਾ ਦਾ ਅਧਿਕਾਰ ਬਹੁਤ ਇੰਪੋਰਟੈਂਟ ਹੈ। ਸ਼ੋਸ਼ਣ ਦੇ ਵਿਰੁੱਧ ਅਧਿਕਾਰ ਤੁਸੀਂ ਸੁਣਿਆ ਹੋਏਗਾ, ਬਹੁਤ ਇੰਪੋਰਟੈਂਟ ਹੈ। ਅਤੇ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਇਹ ਤਿੰਨੇ ਹੀ ਕੀ ਹਨ? ਮੌਲਿਕ ਅਧਿਕਾਰ ਹਨ। ਠੀਕ ਹੈ ਜੀ, ਧਿਆਨ 'ਚ ਰੱਖਿਓ। ਚੱਲਦੇ ਹਾਂ ਕੁਐਸਚਨ ਦੇ ਵੱਲ। ਉਸ ਵਿਧਾਨ ਸੰਸ਼ੋਧਨ ਦੀ ਪ੍ਰਕਿਰਿਆ ਦਾ ਵਰਣਨ ਕਿਸ ਅਨੁਛੇਦ ਵਿੱਚ ਕੀਤਾ ਗਿਆ ਹੈ? ਤਾਂ ਵਿਧਾਨ ਸੰਸ਼ੋਧਨ ਦਾ ਜਿਹੜਾ ਪ੍ਰਕਿਰਿਆ ਦਾ ਵਰਣਨ ਹੈ ਇਹ ਕਿਹੜੇ ਅਨੁਛੇਦ ਜਾਂ ਆਰਟੀਕਲ ਵਿੱਚ ਕੀਤਾ ਗਿਆ ਹੈ? ਤਾਂ ਇਹਦਾ ਰਾਈਟ ਆਂਸਰ ਹੈ 368 ਵਿੱਚ। ਠੀਕ ਹੈ, 368 ਵਿੱਚ ਕੀ ਹੈ? ਵਿਧਾਨ ਸੰਸ਼ੋਧਨ ਦੀ ਪ੍ਰਕਿਰਿਆ ਦਾ ਜੋ ਵਰਣਨ ਹੈ ਇਹ ਭਾਰਤੀ ਸੰਵਿਧਾਨ ਦੇ 368 ਆਰਟੀਕਲ ਜਾਂ ਅਨੁਛੇਦ ਵਿੱਚ ਮਿਲਦਾ ਹੈ। ਇਹ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਿਓ। ਉਸ ਦਾ ਭਾਰਤੀ ਸੰਵਿਧਾਨ ਲਾਗੂ ਕਰਨ ਸਮੇਂ ਇਸ ਵਿੱਚ ਕਿੰਨੇ ਅਨੁਛੇਦ, ਕਿੰਨੇ ਭਾਗ ਅਤੇ ਕਿੰਨੇ ਅਨੁਸੂਚੀਆਂ ਜੋ ਹੈ ਸ਼ਾਮਿਲ ਕੀਤੀਆਂ ਗਈਆਂ ਸੀ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰੀ ਇਹ ਵੀ ਐਗਜ਼ਾਮ ਵਿੱਚ ਰਿਪੀਟ ਹੋਇਆ। ਠੀਕ ਹੈ ਜੀ, ਭਾਰਤੀ ਸੰਵਿਧਾਨ ਦਾ ਜਦੋਂ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਸੀ ਤਾਂ ਉਸ ਸਮੇਂ 'ਤੇ ਕਿੰਨੇ ਅਨੁਛੇਦ ਸੀ, ਕਿੰਨੇ ਭਾਗ ਸੀ ਅਤੇ ਕਿੰਨੀਆਂ ਅਨੁਸੂਚੀਆਂ ਸੀ? ਤਾਂ ਇਸ ਦਾ ਜੋ ਬਿਲਕੁਲ ਰਾਈਟ ਆਂਸਰ ਬਣ ਜਾਏਗਾ, ਤਾਂ ਇਹਦਾ ਰਾਈਟ ਆਂਸਰ ਹੈ 395 ਅਨੁਛੇਦ ਸੀ, 22 ਭਾਗ ਸੀ ਅਤੇ 8 ਅਨੁਸੂਚੀਆਂ ਸੀ। ਠੀਕ ਹੈ ਜੀ, ਇਹ ਤੁਸੀਂ ਜੋ ਡਾਟਾ ਹੈ ਧਿਆਨ 'ਚ ਰੱਖਿਓ ਕਿ 395 ਅਨੁਛੇਦ ਸੀ, 22 ਭਾਗ ਸੀ। ਠੀਕ ਹੈ, 395 ਅਨੁਛੇਦ ਸੀ, 22 ਭਾਗ ਸੀ ਅਤੇ 8 ਅਨੁਸੂਚੀਆਂ ਸੀ, ਜੋ ਹੁਣ 12 ਹੋ ਗਈਆਂ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਜਿਹੜੇ ਆਪਣੇ ਅਨੁਛੇਦ ਹੈ ਇਹਨਾਂ ਨੂੰ 395 ਹੀ ਮੰਨਿਆ ਜਾਂਦਾ, ਬਾਕੀ ਤਾਂ ਇਹਨਾਂ ਦੀ ਸੰਖਿਆ ਜੋ 400 ਪਲੱਸ ਹੈ। ਠੀਕ ਹੈ ਜੀ, ਵੈਸੇ ਤਾਂ 400 ਪਲੱਸ ਹੈ, ਪਰ ਉਹ ਹੁੰਦੀ ਹੈ ਜਿਵੇਂ 5A ਹੋ ਗਿਆ, ਇਹ ਕਰਕੇ ਤੋਂ ਇੱਦਾਂ ਕਰਕੇ 400 ਪਲੱਸ ਬਣਦੇ, ਬਾਕੀ ਜਿਹੜੇ ਅਨੁਛੇਦ ਹੈ ਉਹ 395 ਹੀ ਹੈ। ਠੀਕ ਹੈ ਜੀ, ਇਹ ਤੁਸੀਂ ਡਾਟੇ ਨੂੰ ਧਿਆਨ 'ਚ ਰੱਖਣਾ ਹੈ। ਠੀਕ ਹੈ, ਵਰਤਮਾਨ ਦੀ ਵੀ ਗੱਲ ਕਰ ਲਈ ਅਤੇ ਆਪਾਂ ਜਦੋਂ ਸੰਵਿਧਾਨ ਲਾਗੂ ਹੋਇਆ ਸੀ ਉਦੋਂ ਦੀ ਵੀ ਗੱਲ ਕਰ ਲਈ। ਠੀਕ ਹੈ ਜੀ, ਇਹ ਤੁਸੀਂ ਧਿਆਨ 'ਚ ਰੱਖਿਓ। ਚੱਲਦੇ ਹਾਂ ਕੁਐਸਚਨ ਦੇ ਵੱਲ। ਉੱਥੇ ਵੋਟ ਪਾਉਣ ਦਾ ਅਧਿਕਾਰ 21 ਸਾਲ ਤੋਂ ਘਟਾ ਕੇ 18 ਸਾਲ ਕਿਸ ਸੰਸ਼ੋਧਨ ਵਿੱਚ ਕੀਤਾ ਗਿਆ ਸੀ? ਭਾਵ ਜਿਹੜੀ ਪਹਿਲਾਂ ਜਿਹੜੀ ਵੋਟ ਪਾਉਣ ਦਾ ਅਧਿਕਾਰ ਸੀਗਾ, ਮਤਦਾਨ, ਠੀਕ ਹੈ, ਤੁਹਾਨੂੰ ਪਤਾ ਹੀ ਹੋਏਗਾ, ਤਾਂ ਇਹ ਜੋ ਹੈ 21 ਸਾਲ ਸੀ ਘਟਾ ਕੇ 18 ਸਾਲ ਕਿਹੜੇ ਸੰਸ਼ੋਧਨ ਦੁਆਰਾ ਕੀਤਾ ਗਿਆ ਸੀ?
ਤਾਂ ਇਸ ਦਾ ਜੋ ਬਿਲਕੁਲ ਰਾਈਟ ਆਂਸਰ ਬਣ ਜਾਏਗਾ ਭਾਜੀ 61ਵੇਂ। ਠੀਕ ਹੈ ਜੀ, 61ਵੇਂ 61 ਇਸ ਦਾ ਇਹ ਆਪਸ਼ਨ ਰਾਈਟ ਆਂਸਰ ਹੋ ਜਾਏਗਾ। ਇਸ ਸੰਸ਼ੋਧਨ ਦੇ ਤਹਿਤ ਕੀ ਕੀਤਾ ਗਿਆ ਸੀਗਾ, 21 ਸਾਲ ਤੋਂ ਉਮਰ ਘਟਾ ਕੇ 18 ਸਾਲ ਕੀਤੀ ਗਈ ਸੀ ਜੇਕਰ ਕਿਸੇ ਨੇ ਮਤਦਾਨ ਕਰਨਾ। ਉਸ ਤੋਂ ਬਾਅਦ ਅਗਲਾ ਆਪਸ਼ਨ ਹੈ, ਭਾਰਤੀ ਸੰਵਿਧਾਨ ਦੇ ਅਨੁਸਾਰ ਦੇਸ਼ ਦੀਆਂ ਤਿੰਨਾਂ ਸੈਨਾਵਾਂ ਦਾ ਜੋ ਮੁਖੀ ਕੌਣ ਹੁੰਦਾ ਹੈ? ਜਲ ਹੋ ਗਈ, ਥਲ ਹੋ ਗਈ ਤੇ ਵਾਯੂ ਹੋ ਗਈ। ਠੀਕ ਹੈ ਜੀ, ਭਾਰਤੀ ਸੰਵਿਧਾਨ ਵਿੱਚ ਜਾਂ ਭਾਰਤੀ ਸੰਵਿਧਾਨ ਦੇ ਅਨੁਸਾਰ ਦੇਸ਼ ਦੀਆਂ 3 ਸੈਨਾਵਾਂ ਹਨ, ਵਾਯੂ, ਥਲ ਤੇ ਜਲ। ਠੀਕ ਹੈ ਜੀ, ਸੋ ਇਹਨਾਂ ਦਾ ਮੁਖੀ ਕੌਣ ਹੁੰਦਾ ਹੈ? ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ। ਤਾਂ ਇਸ ਦਾ ਰਾਈਟ ਆਂਸਰ ਬਣ ਜਾਏਗਾ ਰਾਸ਼ਟਰਪਤੀ ਹੁੰਦਾ ਹੈ। ਠੀਕ ਹੈ ਜੀ, ਰਾਸ਼ਟਰਪਤੀ ਦੇ ਹੱਥ ਵਿੱਚ ਇਹਨਾਂ ਦਾ ਜੋ ਹੁੰਦੀ ਹੈ ਮੁਖੀ ਹੁੰਦਾ ਹੈ ਜਾਂ ਕੌਣ ਸੰਭਾਲਦਾ ਹੈ ਇਹਨਾਂ ਨੂੰ, ਤਾਂ ਮੇਨ ਜੋ ਬੰਦਾ ਹੁੰਦਾ ਹੈ, ਤਾਂ ਮੇਨ ਪਰਸਨ ਹੁੰਦਾ ਹੈ, ਮੇਨ ਰੋਲ ਅਦਾ ਕਰਦਾ ਹੈ, ਤਾਂ ਉਹ ਭਾਰਤ ਦਾ ਰਾਸ਼ਟਰਪਤੀ ਹੀ ਹੁੰਦਾ ਹੈ। ਠੀਕ ਹੈ ਜੀ, ਸੋ ਇਹ ਧਿਆਨ ਰੱਖਿਓ। ਕਿ ਉਸ ਤੋਂ ਬਾਅਦ ਹੈ, ਜਦੋਂ ਸੰਵਿਧਾਨ ਲਾਗੂ ਹੋਇਆ ਸੀ ਤਾਂ ਇਸ ਵਿੱਚ ਕਿੰਨੇ ਭਾਗ ਸੀ? ਠੀਕ ਹੈ ਜੀ, ਜਦੋਂ ਸੰਵਿਧਾਨ ਲਾਗੂ ਹੋਇਆ ਸੀ ਤਾਂ ਇਸ ਵਿੱਚ ਕਿੰਨੇ ਭਾਗ ਸੀਗੇ? ਤਾਂ ਇਸ ਵਿੱਚ ਭਾਗ ਸੀ 22 ਭਾਗ। ਠੀਕ ਹੈ ਜੀ, ਸੋ ਹੁਣ ਵੀ 22 ਹੈ ਤੇ ਉਦੋਂ ਵੀ 22 ਸੀਗੇ। ਤਾਂ ਜਦੋਂ ਸੰਵਿਧਾਨ ਲਾਗੂ ਹੋਇਆ ਸੀ ਤਾਂ ਇਸ ਵਿੱਚ ਕਿੰਨੇ ਭਾਗ ਸੀ? ਤਾਂ 22 ਭਾਗ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਜੀ, ਭਾਰਤੀ ਸੰਵਿਧਾਨ ਵਿੱਚ ਕਿਹੜੀ ਵਿਸ਼ੇਸ਼ ਵਿਵਸਥਾ ਇੰਗਲੈਂਡ ਤੋਂ ਲਈ ਗਈ ਹੈ? ਠੀਕ ਹੈ ਜੀ, ਕਿਹੜੀ ਜੋ ਵਿਸ਼ੇਸ਼ ਅਵਸਥਾ ਹੈ ਉਹ ਇੰਗਲੈਂਡ ਦੇਸ਼ ਤੋਂ ਲਈ ਗਈ ਹੈ, UK ਤੋਂ ਲਈ ਗਈ ਹੈ। ਤਾਂ ਭਾਰਤੀ ਸੰਵਿਧਾਨ ਵਿੱਚ ਜੋ ਆਪਣਾ ਵਿਸ਼ੇਸ਼ ਵਿਵਸਥਾ ਇੰਗਲੈਂਡ ਤੋਂ ਲਈ ਗਈ ਹੈ ਉਹ ਹੈ ਜੀ ਸੰਸਦੀ ਪ੍ਰਣਾਲੀ। ਠੀਕ ਹੈ ਜੀ, ਸੰਸਦੀ ਪ੍ਰਣਾਲੀ ਇਹ ਆਪਸ਼ਨ ਰਾਈਟ ਆਂਸਰ ਦਾ। ਇਹ ਸੰਸਦੀ ਪ੍ਰਣਾਲੀ ਜੋ ਹੈ ਇਹ ਭਾਰਤ ਦੇ ਨਾਲ ਜਿਹੜੀ ਐਡ ਕੀਤੀ ਗਈ ਹੈ ਤਾਂ ਕਿੱਥੋਂ ਲਈ ਗਈ ਹੈ? UK ਭਾਵ ਇੰਗਲੈਂਡ ਤੋਂ ਲਈ ਗਈ ਹੈ। ਧਿਆਨ 'ਚ ਰੱਖਿਓ। ਉਸ ਤੋਂ ਬਾਅਦ ਵਰਤਮਾਨ ਵਿੱਚ ਸੰਵਿਧਾਨ ਵਿੱਚ ਕਿੰਨੀਆਂ ਅਨੁਸੂਚੀਆਂ ਹਨ? ਤਾਂ ਵਰਤਮਾਨ ਵਿੱਚ ਜਿਹੜੀਆਂ ਅਨੁਸੂਚੀਆਂ ਉਹ ਹੈ ਜੀ 12, ਅਤੇ ਜੇਕਰ ਤੁਹਾਨੂੰ ਸੰਵਿਧਾਨ ਲਾਗੂ ਕਰਨ ਸਮੇਂ ਪੁੱਛ ਲਿਆ ਤਾਂ 8 ਅਨੁਸੂਚੀਆਂ ਸੀ। ਇਹ ਗੱਲ ਨੂੰ ਤੁਸੀਂ ਧਿਆਨ 'ਚ ਰੱਖਿਓ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸ ਸੰਵਿਧਾਨ ਸਭਾ ਦਾ ਸਥਾਈ ਮੈਂਬਰ ਕਿਸ ਨੂੰ ਚੁਣਿਆ ਗਿਆ ਸੀ? ਤਾਂ ਸੰਵਿਧਾਨ ਸਭਾ ਦਾ ਜੋ ਸਥਾਈ ਮੈਂਬਰ ਚੁਣਿਆ ਗਿਆ ਸੀ ਤਾਂ ਇਸ ਦਾ ਰਾਈਟ ਆਂਸਰ ਹੈ ਰਾਜਿੰਦਰ ਪ੍ਰਸਾਦ। ਡਾਕਟਰ ਰਾਜਿੰਦਰ ਪ੍ਰਸਾਦ ਦਾ ਤੁਸੀਂ ਨਾਂ ਸੁਣਿਆ ਹੋਵੇਗਾ। ਤਾਂ ਸੀ ਆਪਸ਼ਨ ਰਾਈਟ ਆਂਸਰ ਹੈ। ਇਹਨਾਂ ਨੂੰ ਹੀ ਸੰਵਿਧਾਨ ਸਭਾ ਦਾ ਸਥਾਈ ਜੋ ਮੈਂਬਰ ਹੈ ਚੁਣਿਆ ਗਿਆ ਸੀ, ਨਿਯੁਕਤ ਕੀਤਾ ਗਿਆ ਸੀ। ਠੀਕ ਹੈ ਜੀ, ਉਸ ਤੋਂ ਬਾਅਦ ਹੇਠਾਂ ਲਿਖੇ ਵਿੱਚੋਂ ਕੌਣ ਕਿਸੇ ਰਾਜ ਦਾ ਖੇਤਰ ਘਟਾ ਜਾਂ ਵਧਾ ਸਕਦਾ ਹੈ? ਕੌਣ ਜੋ ਹੈ ਕਿਸੇ ਰਾਜ ਦਾ ਖੇਤਰ ਘਟਾ ਜਾਂ ਵਧਾ ਸਕਦਾ ਹੈ? ਤੁਹਾਨੂੰ ਅੱਗੇ ਵੀ ਦੱਸਿਆ ਸੀਗਾ। ਤਾਂ ਇਸ ਦਾ ਜਿਹੜੀ ਸਾਰੀ ਸ਼ਕਤੀ ਹੁੰਦੀ ਹੈ, ਸੀਮਾਵਾਂ ਹੋ ਗਈਆਂ, ਰਾਜ ਹੋ ਗਏ, ਨਾਮ ਹੋ ਗਏ, ਉਹਨਾਂ ਦੇ ਜਿੰਨਾ ਵੀ ਕੁਛ ਹੁੰਦਾ ਹੈ ਤਾਂ ਇਹ ਸੰਸਦ ਜਾਂ ਸੰਸਦ ਦੇ ਮੈਂਬਰਾਂ ਕੋਲ ਹੀ ਹੁੰਦਾ ਹੈ। ਠੀਕ ਹੈ ਜੀ, ਤਾਂ ਸੰਸਦ ਹੀ ਇਸ ਦਾ ਰਾਈਟ ਆਂਸਰ ਬਣ ਜਾਏਗਾ। ਘੁਮਾ ਫਿਰਾ ਕੇ ਕੁਐਸਚਨ ਪੁੱਟ ਹੋ ਰਿਹਾ, ਤੁਸੀਂ ਦੇਖ ਸਕਦੇ ਹੋ, ਅੰਦਾਜ਼ਾ ਲਗਾ ਸਕਦੇ ਹੋ। ਇੱਦਾਂ ਹੀ ਕੁਐਸਚਨ ਜੋ ਹੁੰਦੇ ਆ ਪੁੱਟ ਹੁੰਦੇ ਆ, ਕਿਉਂਕਿ ਤੁਹਾਨੂੰ ਪਤਾ ਹੈ ਕਿ ਪ੍ਰੀਵੀਅਸ ਕੁਐਸਚਨ ਹੈ। ਇੱਦਾਂ ਹੀ ਕੁਐਸਚਨ ਜੋ ਹੈ ਪ੍ਰੀਵੀਅਸ ਕੁਐਸਚਨ ਜੋ ਹੈ ਪੁੱਟ ਅਪ ਹੁੰਦੇ ਆ। ਘੁਮਾ ਫਿਰਾ ਕੇ ਕੁਐਸਚਨ ਜੋ ਹੈ ਗੱਲਬਾਤ ਕੀਤੀ ਜਾਂਦੀ ਹੈ। ਜੇਕਰ ਤੁਹਾਡੇ ਬੇਸ ਕਲੀਅਰ ਹੈ, ਆਰਾਮ ਨਾਲ ਤੁਸੀਂ 1 2 3 ਸੈਕਿੰਡ ਲੈ ਕੇ ਹੀ ਆਂਸਰ ਦੇ ਪਾਓਗੇ ਜੇਕਰ ਤੁਸੀਂ ਪੜ੍ਹਿਆ ਹੈ। ਠੀਕ ਹੈ ਜੀ, ਤਾਂ ਪੜ੍ਹਨਾ ਜਿਨ੍ਹਾਂ ਨੇ ਹਾਲੇ ਤੱਕ ਸਟਾਰਟ ਨਹੀਂ ਕੀਤਾ, ਪੜ੍ਹਨਾ ਸਟਾਰਟ ਕਰ ਦਿਓ ਜੇਕਰ ਤੁਸੀਂ ਇਸ ਵਾਰ ਸਿਲੈਕਸ਼ਨ ਲੈਣਾ ਚਾਹੁੰਦੇ ਹੋ। ਉਸ ਤੋਂ ਬਾਅਦ ਅਗਲਾ ਆਪਸ਼ਨ ਹੈ ਜੀ, ਆਂਧਰਾ ਪ੍ਰਦੇਸ਼ ਨੂੰ ਭਾਸ਼ਾਈ ਰਾਜ ਦੇ ਰੂਪ ਵਿੱਚ ਕਦੋਂ ਗਠਿਤ ਕੀਤਾ ਗਿਆ ਸੀ? ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਆਂਧਰਾ ਪ੍ਰਦੇਸ਼ ਹੈ ਇਹ ਭਾਸ਼ਾ ਦੇ ਆਧਾਰ 'ਤੇ, ਠੀਕ ਹੈ ਜੀ, ਗਠਿਤ ਹੋਣ ਵਾਲਾ ਪਹਿਲਾ ਰਾਜ ਹੈ। ਠੀਕ ਹੈ ਜੀ, ਅਤੇ ਇਸ ਨੂੰ ਕਦੋਂ ਗਠਿਤ ਕੀਤਾ ਗਿਆ ਸੀ? ਤਾਂ ਉਹ ਸਨ ਸੀਗਾ ਜੀ 1953 ਦੇ ਵਿੱਚ। ਠੀਕ ਹੈ, 1953 ਵਿੱਚ ਕੀ ਹੈ, ਆਂਧਰਾ ਪ੍ਰਦੇਸ਼ ਨੂੰ ਭਾਸ਼ਾ ਦੇ ਆਧਾਰ 'ਤੇ ਪਹਿਲਾ ਰਾਜ ਹੈ ਇਹ ਗਠਿਤ ਹੋਣ ਵਾਲਾ ਰਾਜ ਹੈ ਆਂਧਰਾ ਪ੍ਰਦੇਸ਼ 1953 ਦੇ ਵਿੱਚ। ਠੀਕ ਹੈ ਜੀ, ਸੋ ਇਹ ਧਿਆਨ ਰੱਖਿਓ। ਉਸ ਤੋਂ ਬਾਅਦ ਹੈ, ਕਿਸ ਅਨੁਛੇਦ ਦੇ ਅਧੀਨ ਸੰਸਦ ਨੂੰ ਨਾਗਰਿਕਤਾ ਦੇ ਸੰਬੰਧ ਵਿੱਚ ਕਾਨੂੰਨ ਬਣਾਉਣ ਦਾ ਅਧਿਕਾਰ ਪ੍ਰਾਪਤ ਹੈ? ਤਾਂ ਇਹ ਜਿਹੜਾ ਅਨੁਛੇਦ ਹੈ, ਆਰਟੀਕਲ ਹੈ, ਜਿਸ ਰਾਹੀਂ ਇਹ ਕਾਨੂੰਨ ਜੋ ਹੈ ਬਣਾ ਸਕਦੀ ਹੈ ਜੋ ਆਪਣੀ ਸੰਸਦ ਜਾਂ ਨਾਗਰਿਕਤਾ ਹੈ। ਠੀਕ ਹੈ, ਤਾਂ ਇਹ ਜੋ ਬਣਾ ਸਕਦੀ ਹੈ 11ਵੇਂ ਅਨੁਛੇਦ ਦੁਆਰਾ। ਠੀਕ ਹੈ ਜੀ, 11ਵੇਂ ਅਨੁਛੇਦ ਦੁਆਰਾ ਕੀ ਹੈ, ਅਧੀਨ ਜੋ ਹੈ ਸੰਸਦ ਨੂੰ ਨਾਗਰਿਕਤਾ ਦੇ ਸੰਬੰਧ ਵਿੱਚ ਕਾਨੂੰਨ ਬਣਾਉਣ ਦਾ ਅਧਿਕਾਰ ਜੋ ਹੈ ਪ੍ਰਾਪਤ ਕੀਤਾ ਗਿਆ। ਠੀਕ ਹੈ ਜੀ, ਇਸ ਧਿਆਨ 'ਚ ਰੱਖਿਓ। ਉਸ ਤੋਂ ਬਾਅਦ ਹੈ, ਮੌਲਿਕ ਅਧਿਕਾਰ ਸੰਵਿਧਾਨ ਦੇ ਕਿਸ ਭਾਗ ਵਿੱਚ ਹਨ? ਠੀਕ ਹੈ, ਜੋ ਮੌਲਿਕ ਅਧਿਕਾਰ ਹੈ ਇਹ ਭਾਰਤੀ ਸੰਵਿਧਾਨ ਵਿੱਚ ਭਾਰਤੀ ਸੰਵਿਧਾਨ ਦੇ ਕਿਸ ਭਾਗ ਵਿੱਚ ਹਨ? ਤਾਂ ਇਸ ਦਾ ਰਾਈਟ ਆਂਸਰ ਹੈ ਭਾਗ 3 ਵਿੱਚ। ਠੀਕ ਹੈ, ਭਾਗ 3 ਵਿੱਚ ਕੀ ਹੈ, ਮੌਲਿਕ ਅਧਿਕਾਰਾਂ ਦਾ ਜੋ ਹੈ ਵਰਣਨ ਸਾਨੂੰ ਮਿਲਦਾ ਹੈ। ਸੋ ਇਹ ਤੁਸੀਂ ਗੱਲਾਂ ਨੂੰ ਧਿਆਨ 'ਚ ਰੱਖਿਓ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੋਲਿਟੀ ਸੰਵਿਧਾਨ ਦੇ ਕੁਝ ਪ੍ਰੀਵੀਅਸ ਕੁਐਸਚਨ ਕੀਤੇ। ਕੁਐਸਚਨ ਇਸ ਤਰ੍ਹਾਂ ਦੇ ਪੁੱਟ ਹੁੰਦੇ ਆ, ਇਸ ਤਰ੍ਹਾਂ ਦੇ ਪੁੱਟ ਹੁੰਦੇ ਆ। ਠੀਕ ਹੈ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਸੋ ਅੱਜ ਲਈ ਬਸ ਇੰਨਾ ਹੀ। ਹੋਪ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਹੈਲਪਫੁਲ ਅਤੇ ਵਧੀਆ ਲੱਗੀ ਹੋਏਗੀ। ਜੇਕਰ ਤੁਹਾਨੂੰ ਵਧੀਆ ਅਤੇ ਹੈਲਪਫੁਲ ਲੱਗੀ ਤਾਂ ਵੀਡੀਓ ਨੂੰ ਮਤਲਬ ਜ਼ਰੂਰ ਸ਼ੇਅਰ ਕਰ ਦਿਓ ਫਰੈਂਡ ਸਰਕਲ ਵਿੱਚ। ਹਾਲੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜ਼ਰੂਰ ਸਬਸਕ੍ਰਾਈਬ ਕਰ ਦਿਓ। ਅੱਗੇ ਵੀ ਇੱਦਾਂ ਦੀ ਇੰਪੋਰਟੈਂਟ ਅਤੇ ਹੈਲਪਫੁਲ ਵੀਡੀਓ ਤੁਹਾਡੇ ਵਾਸਤੇ ਆਪਾਂ ਲੈ ਕੇ ਆਉਂਦੇ ਰਹਾਂਗੇ। ਹੋਰ ਜਾਣਕਾਰੀ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਵੀ ਜ਼ਰੂਰ ਜੁਆਇਨ ਕਰਿਓ, ਜਿਸ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ। ਤਾਂ ਮਿਲਦੇ ਹਾਂ ਜੀ ਇੱਕ ਹੋਰ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਰੱਬ ਰੱਖਾ।